अस्सलाम वालेकुम व्यूअर्स। यूपी ਦੇ ਵਿੱਚ ਕਿਸਾਨਾਂ ਦੇ ਨਾਲ ਜ਼ੁਲਮ ਹੋਣ ਦਿਆ ਇਹਦਾ ਸੱਚ ਕੀ ਹੈ, ਅਸਲ ਇਹਦਾ ਜ਼ਿੰਮੇਦਾਰ ਕੌਣ ਹੈ, ਅੱਜ ਆਪਾਂ ਗਿਆਨੀ ਜੀ ਕੋਲ ਸੁਣਾਂਗੇ ਤੇ ਇਹਦਾ ਹੱਲ ਕੀ ਹੈ। ਪਹਿਲੇ ਆਪਾਂ ਵੀਡੀਓ ਦੇਖਾਂਗੇ, ਉਸ ਤੋਂ ਬਾਅਦ ਫਿਰ ਆਪਾਂ ਰਿਐਕਟ ਕਰਾਂਗੇ। WhatsApp ਆਉਂਦਾ, ਇੰਸਟਾਗ੍ਰਾਮ ਆਉਂਦਾ, Facebook ਆਉਂਦਾ। Facebook ਦੇ ਮੇਰੇ ਪੇਜ ਨੂੰ ਲਾਈਕ ਕਰੋ, WhatsApp ਤੇ ਮੈਨੂੰ ਮਜ਼ੀਦ ਇਦਾਂ ਦੀਆਂ ਵੀਡੀਓ ਸੈਂਡ ਕਰੋ। ਸੋ ਆਓ ਵੀਡੀਓ ਸਟਾਰਟ ਕਰੀਏ। ਗੋ। गुरु प्यारी साध संगत जीओ, फतेह दी सांझ पाओ। आखो जी वाहिगुरु जी का खालसा, वाहिगुरु जी की फतेह। ਜਿਹੜੀ ਕੌਮ ਸ਼ਹੀਦੀਆਂ ਨੂੰ ਭੁੱਲਦੀ ਨਹੀਂ, ਪੈਦਾ ਕਰੇ ਸ਼ਹੀਦੀਆਂ ਪਾਉਣ ਵਾਲੇ, ਕੌਣ ਜੰਮਿਆ ਜੋ ਉਹਨੂੰ ਮੇਟ ਸਕਦਾ ਹੈ, ਮਿਟ ਜਾਣਗੇ ਇਹਨੂੰ ਮਿਟਾਉਣ ਵਾਲੇ। ਤਾਜ਼ਾ ਘਟਨਾਕ੍ਰਮ ਜੋ ਕੱਲ ਲਖੀਮਪੁਰ ਖੇਰੀ ਯੂਪੀ ਦੇ ਵਿੱਚ ਵਰਤਿਆ, ਉਹਦੇ ਸੰਬੰਧੀ ਕੁਝ ਬੇਨਤੀਆਂ ਹਨ। ਇੱਕ ਕਹਾਵਤ ਹੈ ਵੀ ਆਰੰਭ ਕਾਲ ਤੋਂ, ਆਦਿ ਕਾਲ ਤੋਂ ਇੱਕ ਲੜਾਈ ਚੱਲੀ ਆ ਰਹੀ ਹੈ। ਉਹ ਲੜਾਈ ਹੈ ਝੂਠ ਅਤੇ ਸੱਚ ਦੀ। ਝੂਠ ਹਮੇਸ਼ਾ ਤੋਂ ਸੱਚ ਦਾ ਵਿਰੋਧੀ ਰਿਹਾ, ਹਮੇਸ਼ਾ ਤੋਂ, ਆਦਿ ਕਾਲ ਤੋਂ। ਸੱਚ ਦੇ ਖਿਲਾਫ ਭੁਗਤਦਾ ਹੈ, ਸੱਚ ਦੇ ਖਿਲਾਫ ਚਾਲਾਂ ਚੱਲਦਾ ਹੈ, ਸੱਚ ਨੂੰ ਮਿਟਾਉਣਾ ਚਾਹੁੰਦਾ ਹੈ, ਸੱਚ ਨੂੰ ਭਜਾਉਣਾ ਚਾਹੁੰਦਾ ਹੈ, ਸੱਚ ਤੋਂ ਹਮੇਸ਼ਾ ਚੱਲਦਾ ਹੈ। ਜਿਸ ਲਈ ਉਹ ਬੜੀਆਂ ਕੋਝੀਆਂ ਚਾਲਾਂ, ਪੁੱਠੀਆਂ ਚਾਲਾਂ, ਟੇਢੀਆਂ ਚਾਲਾਂ, ਭੈੜੀਆਂ ਚਾਲਾਂ ਵੀ ਚੱਲਦਾ ਹੈ, ਬਹੁਤ ਕੁਝ ਕਰਦਾ ਹੈ। ਝੂਠ ਕਦੇ ਵੀ ਨਹੀਂ ਚਾਹੁੰਦਾ ਵੀ ਸੰਸਾਰ ਵਿੱਚ ਸੱਚ ਆ ਜਾਏ। ਬਿਲਕੁਲ ਇਹ ਲੜਾਈ ਭਗਤ ਪ੍ਰਹਿਲਾਦ ਜੀ ਤੋਂ ਸ਼ੁਰੂ ਹੈ। ਉਹਨਾਂ ਦੇ ਸਾਹਮਣੇ ਉਦੋਂ ਉਹਨਾਂ ਦਾ ਪਿਓ ਹੀ ਹਰਨਾਕਸ਼ ਆ ਕੇ ਖੜ ਜਾਂਦਾ ਹੈ, ਪਰ ਉਦੋਂ ਵੀ ਜਿੱਤ ਪ੍ਰਹਿਲਾਦ ਦੀ ਹੁੰਦੀ ਹੈ। ਬਾਣੀ ਦੇ ਬਚਨ ਨੇ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਦੁਸ਼ਟ ਬੰਦੇ ਨੂੰ ਭੁਲੇਖਾ ਹੁੰਦਾ ਮੈਂ ਬੜੀ ਵੱਡੀ ਤਾਕਤ ਹਾਂ, ਬੜੀ ਵੱਡੀ ਮੇਰੇ ਕੋਲ ਸ਼ਕਤੀ ਹੈ, ਸਰਮਾਇਆ ਹੈ, ਪੂੰਜੀ ਹੈ, ਪੈਸਾ, ਧਨ ਦੌਲਤ, ਬੜੇ ਲੋਕ ਮੇਰੇ ਨਾਲ ਨੇ। ਪਰ ਮਹਾਰਾਜ ਕਹਿੰਦੇ ਜਿਸ ਦਿਨ ਭਲਿਆ ਪਰਮੇਸ਼ਰ ਦੀ ਨਿਗਾਹ ਬਦਲਦੀ ਹੈ, ਉਹ ਫਿਰ ਤੇਰੇ ਵਰਗੇ ਵੱਡੇ ਵੱਡੇ ਰਾਜਿਆਂ ਨੂੰ ਸੁਲਤਾਨਾ ਘਾਹ ਕਰਾਇੰਦਾ, ਘਾਹ ਖੋਦਣ ਤੇ ਲਾ ਦਿੰਦਾ ਹੈ। ਕਦੋਂ ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ ਦੀ ਖੇਡ ਵਰਤ ਜਾਂਦੀ ਹੈ, ਪਤਾ ਵੀ ਕੋਈ ਨਹੀਂ ਚੱਲਦਾ। ਬਿਲਕੁਲ ਸਹੀ ਗੱਲ ਹੈ। ਅੱਜ ਇਹ ਜਿਹੜਾ ਤਾਜ਼ਾ ਘਟਨਾਕ੍ਰਮ ਹੋਇਆ, ਜਿਸ ਦੇ ਸੰਬੰਧੀ ਅੱਜ ਆਪਾਂ ਇੱਥੇ ਬੈਠੇ ਹਾਂ, ਜੋ ਕੱਲ੍ਹ ਘਟਨਾ ਵਾਪਰਦੀ ਹੈ, ਇਹ ਵੀ ਲੜਾਈ ਹੁਣ ਕਿਹੜੀ ਹੈ? ਬੇਸ਼ੱਕ ਠੀਕ ਹੈ, ਆਪਾਂ ਸਾਰੇ ਸਮਝਦੇ ਹਾਂ ਜੀ, ਕਿਸਾਨ ਮੋਰਚਾ ਹੈ, ਹੱਕਾਂ ਦੀ ਲੜਾਈ, ਜ਼ਮੀਨਾਂ ਦੀ ਲੜਾਈ, ਜਾਇਦਾਦਾਂ ਦੀ ਲੜਾਈ। ਭਾਵ ਕਿਸਾਨ ਤੋਂ ਉਹਨਾਂ ਦੀ ਜ਼ਮੀਨ, ਉਹਨਾਂ ਦੀ ਮਾਂ ਨੂੰ ਖੋਇਆ ਜਾ ਰਿਹਾ। ਸਾਡਾ ਕਿਸਾਨ ਭਰਾ ਹਿੰਦੁਸਤਾਨ ਦਾ, ਮੈਂ ਬੇਨਤੀ ਕਰਾਂ ਇੱਥੇ ਗੱਲ ਇਕੱਲੇ ਪੰਜਾਬ ਦੇ ਕਿਸਾਨ ਦੀ, ਸਿੱਖ ਕਿਸਾਨ ਦੀ, ਹਰਿਆਣੇ ਜਾਂ ਹਿਮਾਚਲ ਦੇ ਕਿਸਾਨ ਦੀ ਨਹੀਂ, ਗੱਲ ਸਮੁੱਚੇ ਹਿੰਦੁਸਤਾਨ ਦੇ ਕਿਸਾਨ ਭਰਾਵਾਂ ਦੀ ਹੈ। ਜਾਂ ਇਹਦੇ ਤੋਂ ਵੀ ਅਸੀਂ ਅੱਗੇ ਜਾਈਏ, ਗੁਰਬਾਣੀ ਦੇ ਮੁਤਾਬਿਕ ਜੋ ਸਤਿਗੁਰੂ ਸਿੱਖਿਆ ਦਿੰਦੇ ਨੇ, ਇੱਥੇ ਸਮੁੱਚੀ ਮਾਨਵਤਾ ਦੇ ਹੱਕਾਂ ਦੀ ਲੜਾਈ ਹੋ ਰਹੀ ਹੈ। ਠੀਕ ਹੈ, ਚਲੋ। ਅਰ ਕਮਾਲ ਦੀ ਗੱਲ ਇਹ ਹੈ, ਕਿਸਾਨ ਭਰਾ ਪਿਛਲੇ 1 ਸਾਲ ਤੋਂ ਵੀ ਵਧੇਕ ਸਮੇਂ ਤੋਂ ਬੜੇ ਸ਼ਾਂਤਮਈ ਤਰੀਕੇ ਨਾਲ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਹ ਸਾਡਾ ਜਮਹੂਰੀ ਹੱਕ ਵੀ ਹੈ। ਇਹ ਸਾਡਾ ਦੇਸ਼, ਇੱਥੋਂ ਦਾ ਸੰਵਿਧਾਨ ਸਾਨੂੰ ਇਹ ਹੱਕ ਦਿੰਦਾ ਹੈ ਕਿ ਜਦੋਂ ਤੁਹਾਡੀ ਗੱਲ ਨੂੰ ਕੋਈ ਮੰਨੇ ਨਾ, ਜਾਂ ਤੁਹਾਡੇ ਖਿਲਾਫ ਕੁਝ ਹੋਵੇ, ਤੁਸੀਂ ਰੋਸ ਪ੍ਰਦਰਸ਼ਨ ਕਰ ਸਕਦੇ ਹੋ। ਪਰ ਇਹ ਕਿਤੇ ਵੀ ਨਹੀਂ ਲਿਖਿਆ ਤੁਸੀਂ ਰੋਸ ਪ੍ਰਦਰਸ਼ਨ ਸ਼ਾਂਤੀ ਨਾਲ ਕਰੋ ਤੇ ਤੁਹਾਡੇ ਉੱਤੇ ਗੋਲੀਆਂ ਮਾਰੀਆਂ ਜਾਣ, ਤੁਹਾਡੇ ਤੇ ਡਾਂਗਾਂ ਚਲਾਈਆਂ ਜਾਣ, ਜਾਂ ਤੁਹਾਡੇ ਉੱਤੇ ਭੂਤਰੇ ਹੋਏ ਸ਼ਾਨ ਲੀਡਰ ਦੇ ਰੂਪ 'ਚ ਆ ਕੇ ਉਹ ਤੁਹਾਨੂੰ ਗੱਡੀਆਂ ਥੱਲੇ ਕੁਚਲ ਕੇ ਦਰੜ ਕੇ ਮਾਰ ਦੇਣ। ਇਹ ਤਾਂ ਕਿਤੇ ਨਹੀਂ ਨਾ ਲਿਖਿਆ। ਤੇ ਫਿਰ ਐਸਾ ਹੋ ਕਿਉਂ ਰਿਹਾ ਹੈ? ਕਿਉਂ ਹੋ ਰਿਹਾ ਹੈ? ਮੈਂ ਬੇਨਤੀ ਕਰਾਂ, ਇੱਕ ਗੱਲ ਦਾ ਧਿਆਨ ਰੱਖਿਓ, ਤਾਕਤ ਬੜੀ ਵੱਡੀ ਦਾਤ ਹੈ ਪਰਮੇਸ਼ਰ ਵੱਲੋਂ ਜੋ ਮਿਲਦੀ ਹੈ। ਤਾਕਤ ਕਿਸੇ ਵੀ ਰੂਪ 'ਚ ਹੋਵੇ ਚੰਗੀ ਹੁੰਦੀ ਹੈ, ਪਰ ਜੇ ਉਸ ਤਾਕਤ ਦੀ ਗਲਤ ਵਰਤੋਂ ਕੀਤੀ ਜਾਏ, ਤਾਕਤ ਦੇ ਗਲਤ ਨਤੀਜੇ ਵੀ ਨਿਕਲਦੇ ਹਨ। ਤਾਕਤ ਬੰਦੇ ਨੂੰ ਮਿਲੇ, ਬੰਦੇ ਨੂੰ ਰੱਬ ਦਾ ਧੰਨਵਾਦ ਕਰਨਾ ਚਾਹੀਦਾ। ਤਾਕਤ ਪੈਸੇ ਦੀ ਹੁੰਦੀ ਹੈ, ਦੌਲਤ ਦੀ ਹੈ, ਜ਼ਮੀਨ ਦੀ ਹੈ, ਤਾਕਤ ਸਰੀਰ ਦੀ ਵੀ ਹੈ, ਤਾਕਤ ਬੁੱਧੀ ਦੀ ਵੀ ਹੈ, ਦਿਮਾਗ ਦੀ ਹੈ, ਕਲਾ ਦੀ ਤਾਕਤ ਹੈ। ਪਰ ਜਦੋਂ ਤਾਕਤ ਆਪਣੇ ਤੋਂ ਕਮਜ਼ੋਰ ਨੂੰ ਦਬਾਉਣ ਲੱਗ ਜਾਏ, ਕੁੱਟਣ, ਪੁੱਟਣ, ਲੁੱਟਣ ਤੇ ਮਾਰਨ ਲੱਗ ਜਾਏ, ਉਹ ਤਾਕਤ ਦੇ ਖਿਲਾਫ ਆਵਾਜ਼ ਬੁਲੰਦ ਹੋਣੀ ਵੀ ਸੁਭਾਵਿਕ ਹੈ ਤੇ ਕੁਦਰਤੀ ਗੱਲ ਹੈ। ਹਿੰਦੁਸਤਾਨ ਵਿੱਚ ਇਹ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਗੁਰਬਾਣੀ ਦੇ ਵਿੱਚੋਂ, ਮੈਂ ਬੇਨਤੀ ਕਰ ਰਿਹਾ, ਧਰਮ ਨੂੰ ਹਮੇਸ਼ਾ ਰਾਜਨੀਤੀ ਨਾਲ ਜੋੜ ਕੇ ਵੇਖਿਓ, ਕਦੀ ਵੱਖ ਕਰਕੇ ਨਾ ਵੇਖਿਓ। ਬਹੁਤ ਲੋਕ ਕਹਿੰਦੇ ਨੇ ਜੀ ਗੁਰੂ ਘਰਾਂ 'ਚ ਰਾਜਨੀਤੀ ਨਹੀਂ ਕਰਨੀ ਜੀ, ਇੱਥੇ ਰਾਜ ਦੀ ਗੱਲ ਨਾ ਕਰੋ ਜੀ, ਇੱਥੇ ਰਾਜ ਦੇ ਖਿਲਾਫ ਨਾ ਬੋਲੋ। ਕਿਉਂ ਨਾ ਬੋਲੀਏ? ਉਹ ਗੁਰੂ ਨਾਨਕ ਸਾਹਿਬ ਪਹਿਲੇ ਜਾਮੇ 'ਚ ਕਹਿ ਕੇ ਤੇ ਗਏ ਨੇ, ਪਾਪ ਕੀ ਜੰਜ ਲੈ ਕਾਬਲੋਂ ਤਾਇਆ, ਜ਼ੋਰੀ ਮੰਗੇ ਦਾਨ ਵੇ ਲਾ ਲੋ। ਸ਼ਰਮ ਧਰਮ ਦੋਏ ਛੱਪ ਖਲੋਏ,
कूड़ फिरै प्रधान वे लालो, काजियां बामणा की गल थकी, अगद पड़े शैतान वे लालो। इत्थे किहा तुहानूं ਉਹ ਜਦੋਂ ਇਹਨਾਂ ਦੇ ਮਨਾਂ ਚੋਂ ਧਰਮ ਦੂਰ ਹੋ ਜਾਂਦਾ ਹੈ, ਕੱਲਾ ਰਾਜ ਸ਼ੈਤਾਨ ਦਾ ਰੂਪ ਧਾਰਨ ਕਰ ਜਾਂਦਾ ਹੈ, ਉਦੋਂ ਖੂਨ ਕੇ ਸੋਇਲੇ ਗਾਵੀਆਂ ਨਾਨਕ ਰਤ ਕਾ ਕੁੰਗੂ ਪਾਏ ਵੇ ਲਾਲੋ। ਉਦੋਂ ਇਹ ਜਰਵਾਣੇ ਖੂਨ ਦੇ ਸੋਇਲੇ ਗਾਉਣ ਲੱਗ ਪੈਂਦੇ ਨੇ ਤੇ ਉਹਨਾਂ ਸੋਇਲਿਆਂ ਦਾ ਨਤੀਜਾ ਹੈ ਅੱਜ ਸਾਡੇ 4 ਭਰਾ ਜੋ ਬੇਦੋਸ਼ੇ ਹਨ, ਜਿਨ੍ਹਾਂ ਉੱਪਰ ਕੋਈ ਦੋਸ਼ ਨਹੀਂ, ਜਿਨ੍ਹਾਂ ਉੱਪਰ ਕੋਈ ਕੇਸ ਨਹੀਂ, ਜਿਨ੍ਹਾਂ ਨੇ ਕੁਝ ਬੁਰਾ ਨਹੀਂ ਕੀਤਾ, ਕਿਸੇ ਦੇ ਖਿਲਾਫ ਕੋਈ ਬੋਲਿਆ ਸ਼ਬਦ ਤੱਕ ਨਹੀਂ, ਉਹ ਨਿਰਦੋਸ਼ ਤੇ ਬੇਦੋਸ਼ੇ ਮਾਰੇ ਗਏ, ਨਿਹੱਥੇ ਮਾਰੇ ਗਏ। क्यों? क्योंकि एक जरवाने की ताकत कमज़ोर नूं दबाउणा चाह रही है। हालांकि कमज़ोर असी केवल इस पक्षों हाँ भी साडे हत्थ विच सियासत नहीं है। ठीक है, जिहड़े सियासत करदे ने करन, पर सियासत किते धर्म नाल मिल के चले, सियासत धर्म तो अगवाई लैके चले, सियासत सच नूं समर्पित होकर चले, सियासत धर्म का पल्ला फड़ के चले, सियासत समाज संसार देश धर्म के भले वास्ते चले। मैं कहना सियासत बड़ी वड्डी दात है। उदों सियासती बंदे नूं जदों वो धर्म का पल्ला फड़ के चलदा सी, धर्म के अंडर रह के चलदा सी, धर्म नूं मूहरे आगू बन के चलदा सी, उदों सियासत के राजे नूं लोकां ने भगवान कहा, क्योंकि उहदे पल्ले धर्म हुंदा सी। राजा रामचंद्र जी इसकी प्रतੱਖ उदाहरण ने। वो हन एक राजे, पर वो धर्मी राजे हैं, वो न्याय पसंदन, वो मर्यादा पुरुषोत्तम ने। दुनिया ने उन्होंने भगवान का दर्जा दिता, अज तक लोग उन्होंने पूजा करते। पर जदों एक राजा वैश्यत का नंगा नाच नचदा है, जुल्म करदा है, प्रजा नूं लताड़ना शुरू करदा है, वो राजा भगवान नहीं, वो राजा शैतान बन जाता है। बिल्कुल सही गल। गुरु साहब ने गुरबाणी दे विच इन्हां गल्लां बाबत बहुत कुछ सानूं समझाया, पर साडे ते गल्लां उपरों लंघ जांदी। महाराज कहंदे तैनूं पता होना चाहिए, जदों ऐसा राजा जुल्म करन लग पए, उहनूं समझा, उस राजे दे कन्नां दे विच आवाज़ पा, गुरु नानक दा शब्द उहदे कन्नां तक किते पहुँच जाए, उहदे भाग जाग पैण, उहदी अकल मत जाग पए। जिसकै अंतर राज अभिमान, सो नरकपाती होवत सवान। कहंदे जे राज ते मिल गया, पर राज दे हंकार जाके प्रजा लुट्टण कुट्टण मारन लग जाए, सच जानी फिर तेरा नतीजा यह है, नरकपाती होवत सवान, कुत्ता बनेगा वो भी नरकां दा। पंजवें पातशाह गुरु अर्जन देव महाराज सुखमनी साहब रोज़ पढ़ दिओ। राज अभिमान बन जाए, राज हंकार बन जाए, राज हौमे विच गलतान हो जाए, महाराज कहते नतीजा बहुत भयानक है, तेरे तो शह कोई नहीं होना, नरकां दा कुत्ता बनना पएगा। ये बचन इन्हां नूं किते पढ़ांदे। सतगुरु कहते ऐसा राज जिहड़ा धर्म तो भी होना होके चलदा है, ऐसा राजा जिहड़ा प्रजा ते जुल्म करन लग पए, वो भावें 100 साल का जीवन भी जी लै, सप तो वध उहदी हालत कुछ नहीं हुंदी। बिन सिमरन जो जीवन बलना, सर्प जैसे अरजारी, नव खंडन को राज कमावे, अंत चले गो हारी। पर आखिरी समय अपनी जिंदगी की बाजी हार के तुरता है। औरंगजेब गुरु गोबिंद सिंह महाराज नाल टक्कर ले बैठा, पर सतगुरु ने उदों नूं धर्म की अगवाई दिंदियां, धर्म का पाठ पढ़ाउंदियां जफरनामे का खत लिखिया, ते जफरनामा पढ़ के औरंगजेब मंजे तो नहीं उठिया। धर्म बड़ी वड्डी ताकत है। मैं बार बार बेनती करदा सी, धर्म तो जदों असी भी जदों धर्म तो दूर हुंदे आ ना, विहूणे हुंदे आ, खाली हो जाते हैं, असल च समस्यावां साडे लई भी उदों पैदा होंदी। साध संगत साडे 4 भरा मारे गए। मैं बेनती करा, ये 4 साडी कौम दे हीरे ने। क्यों? हर बंदा हीरा है। खास तौर पर जो हक सच की लड़ाई वास्ते अपनी शहीदी दिंदा है, अपनी जान दिंदा है, उन्होंने संभालना बहुत जरूरी होंदा है। उहदी शहीदी, उहदी कुर्बानी, उहदी जान जां उहदी मौत कदी व्यर्थ जाती नहीं है, कदी भी नहीं जाती। इहदा एक ना एक दिन इहदा भला नतीजा सानू जरूर मिलेगा, इहदा मुल मोड़िया जाएगा। गुरु मेहर करे ये शहीदियां, ये कुर्बानियां व्यर्थ नहीं जाणगियां। एक सिक्ख्या लै लो, मैं बेनती करा सारी कौम नूं भी, सब तो पहला तुसी एक हो जाओ। आ देखो हथ बन के बेनती है, ऐ मेरी कौम तू एक हो जा। एक निशान साहब, साडा गुरु बाबा एक है, बाणी एक है ना, इक्का बाणी एक गुर, इक्को शब्द विचार, एक निशान साहब है। झंडा एक है, गुरु एक है, बाणी एक है, विचार एक है। जिस दिन सिखा तू एक हो गया, वख वख झंडे पार्टियां धड़े बाजियां चों बाहर निकलिया, सारी दुनिया भी तेरे खिलाफ भुगत जाएगी, तेनों दुनिया की कोई ताकत हरा नहीं सकेगी। लोड़ तेनों एक होने दी। जिस दिन तेरे च एकता बनेगी, तू समझ लेगा एक पिता एक सके हम बारिक, तू मेरा गुरहाई। अज दुश्मन साडे ते तां हावी हुंदे, उन्होंने पता भी इत्थे आपस च टुकड़े होए पे ने, इत्थे आपस च पाटो तापी ने, इत्थे आपस विच लीडरां चौधरां दी भुख है। नहीं, बेनती है
ਆਮ ਕਿਸਾਨ ਮਜ਼ਦੂਰ ਭਰਾ ਅੰਦਰੋਂ ਜ਼ਮੀਰ ਤੋਂ ਆਤਮਾ ਦੀ ਆਵਾਜ਼ ਸੁਣ ਕੇ ਲੜਾਈ ਲੜਦਾ, ਪਰ ਫਿਰ ਵੀ ਕਿਤੇ ਨਾ ਕਿਤੇ ਸਮੱਸਿਆ ਵੀ ਮੂਹਰੇ ਲੱਗਣ ਵਾਲੇ ਕੁਝ ਚੰਦ 2-4 ਬੰਦੇ ਐਸੇ ਹੁੰਦੇ ਨੇ ਜਿਹੜਾ ਸਾਰੇ ਇਸ ਕਹਿ ਲਈਏ ਸਾਡੇ ਰੋਸ ਪ੍ਰਦਰਸ਼ਨ ਦਾ, ਮੋਰਚੇ ਦਾ, ਅੰਦੋਲਨ ਦਾ ਕਿਤੇ ਨਾ ਕਿਤੇ ਨੁਕਸਾਨ ਕਰ ਜਾਂਦੇ ਨੇ। ਉਹਨਾਂ ਦੀ ਪਹਿਚਾਣ ਵੀ ਕਰੋ। ਆਪਣਿਆਂ 'ਚ ਕੋਈ ਬੇਗਾਨਾ ਵੀ ਹੁੰਦਾ ਹੈ, ਉਹਦੀ ਪਹਿਚਾਣ ਕਰਨੀ ਹੈ। ਕਿਸੇ ਦੇ ਮਗਰ ਨਹੀਂ ਲੱਗਣਾ। ਅਗਵਾਈ ਕੇਵਲ ਗੁਰੂ ਗ੍ਰੰਥ ਸਾਹਿਬ ਜਾਂ ਜਿਹੜਾ ਲੀਡਰ, ਜਿਹੜਾ ਆਗੂ ਸਤਿਗੁਰੂ ਦੀ ਵਿਚਾਰਧਾਰਾ ਨੂੰ ਸਮਰਪਿਤ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੱਗੇ ਸਜਦਾ ਕਰਦਾ, ਇਹਨੂੰ ਸੱਤ ਕਰਕੇ ਮੰਨਦਾ, ਇਹ ਤੋਂ ਬਾਹਰ ਨਹੀਂ ਜਾਂਦਾ। ਜੋ ਲੋੜ ਪੈਣ ਤੇ ਆਪਣਾ ਸਿਰ ਦੇਣ ਦੀ ਕਾਬਲੀਅਤ ਰੱਖਦਾ ਹੈ, ਉਹਨੂੰ ਆਗੂ ਮੰਨ ਕੇ ਤੁਰ ਲੋਗੇ, ਸਾਡਾ ਭਲਾ ਹੋ ਜਾਏਗਾ, ਨਹੀਂ ਕੁਰਾਏ ਤੇ ਅਸੀਂ ਪਈ ਹੋਏ ਹਾਂ। ਅੱਜ 4 ਗਏ ਨੇ, ਇਹ 4 ਵੀ ਉਸ 700 ਸ਼ਹੀਦ ਜਿਹੜੇ ਪਹਿਲਾਂ ਸਾਡੇ ਹੋ ਚੁੱਕੇ ਨੇ, ਜਿਹੜੀਆਂ 700 ਜਿੰਦਾਂ ਲੇਖੇ ਲੱਗ ਚੁੱਕੀਆਂ, ਉਹਨਾਂ ਦੀ ਲੜੀ 'ਚ 4 ਨਾਮ ਹੋਰ ਜੁੜ ਗਏ। ਪਰ ਘਾਟਾ ਹੈ, ਮੈਂ ਫੇਰ ਬੇਨਤੀ ਕਰਾਂ, ਇੱਕ ਇੱਕ ਜਾਨ ਬੜੀ ਕੀਮਤੀ ਹੈ ਕੌਮ ਲਈ। ਉਹ 4 ਪਰਿਵਾਰਾਂ ਦੇ ਜੀ ਗਏ ਨੇ, 4 ਪਰਿਵਾਰਾਂ ਦਾ ਇੱਕ ਇੱਕ ਜੀ ਗਿਆ। ਸਾਡੀ ਹਮਦਰਦੀ ਹੈ, ਸਾਡੀ ਸੁਹਾਨੂਭੂਤੀ ਹੈ ਉਹਨਾਂ ਪਰਿਵਾਰਾਂ ਦੇ ਨਾਲ। ਹਾਂ, ਪਰ ਮੈਂ ਬੇਨਤੀ ਕਰਾਂ, ਸਾਡੀ ਕੌਮ ਦੇ, ਪੰਥ ਦੇ ਪਰਿਵਾਰ ਦੇ ਵੀ 4 ਮੈਂਬਰ ਘਟੇ ਨੇ। ਨਿੱਜੀ ਤੌਰ ਤੇ ਇੱਕ ਇੱਕ ਮੈਂਬਰ ਘਟਿਆ, ਪਰ ਪੰਥ ਦੇ ਤੌਰ ਤੇ ਮੇਰੀ ਕੌਮ ਸਾਡੇ 4 ਮੈਂਬਰ ਘਟੇ ਨੇ। ਹਾਲਾਂਕਿ ਰਿਪੋਰਟਾਂ ਕਈ ਥਾਂ ਤੋਂ 8 ਦੀਆਂ ਵੀ ਆ ਰਹੀਆਂ ਨੇ, ਪਰ 4 ਕਨਫਰਮ ਹਨ। ਹੁਣ ਬੇਨਤੀ ਹੈ ਵੀ ਤੁਸੀਂ ਇੰਨੀ ਕੁ ਏਕਤਾ ਬਣਾ ਕੇ ਰੱਖਣੀ ਹੈ, ਇੰਨੀ ਕੁ ਤਾਕਤ ਤੁਹਾਡੇ ਵਿੱਚ ਹੋਵੇ, ਜਦੋਂ ਤੱਕ ਉਸ ਜਰਵਾਣੇ ਨੂੰ, ਜ਼ਾਲਮ ਨੂੰ, ਵਹਿਸ਼ੀ ਨੂੰ, ਪੁੱਤਰੇ ਸ਼ਾਨ ਨੂੰ ਸਜ਼ਾ ਨਹੀਂ ਮਿਲਦੀ, ਤੁਸੀਂ ਆਪਣੀ ਜ਼ੁਬਾਨ ਨੂੰ ਤਾਲਾ ਨਹੀਂ ਲਾਣਾ। ਤੁਹਾਡਾ ਖੂਨ ਠੰਡਾ ਨਹੀਂ ਪੈਣਾ ਚਾਹੀਦਾ। ਅਸੀਂ ਹੱਕ ਸੱਚ ਦੀ ਲੜਾਈ ਲੜਨੀ ਹੈ, ਲੜੀ ਸੀ, ਲੜਾਂਗੇ, ਲੜਦੇ ਵੀ ਰਵਾਂਗੇ, ਔਰ ਅਸੀਂ ਸ਼ਾਂਤ ਵੀ ਰਹਾਂਗੇ, ਪਰ ਅਸੀਂ ਆਪਣੇ ਹੱਕ ਲੈ ਕੇ ਵੀ ਰਵਾਂਗੇ। ਇਸੇ ਗੱਲ ਵਿੱਚ ਸਾਡੀ ਜਿੱਤ ਹੈ। ਤੁਹਾਡੀ ਤਾਕਤ, ਮੈਂ ਫੇਰ ਬੇਨਤੀ ਕਰਾਂ, ਤੁਹਾਡੀ ਏਕਤਾ ਹੀ ਤੁਹਾਡੀ ਤਾਕਤ ਹੈ, ਵਰਨਾ ਹੋਰ ਕਿਸੇ ਤੇ ਭਰੋਸਾ ਨਾ ਰੱਖੋ। ਤੁਹਾਡੀ ਏਕਤਾ ਤੁਹਾਡੀ ਤਾਕਤ ਹੈ। ਇੱਕ ਰਹੋਗੇ, ਇੱਕ ਦੇ ਹੋ ਜਾਓਗੇ, ਇੱਕ ਗੁਰੂ ਨਾਲ ਜੁੜੋਗੇ, ਸਤਿਗੁਰੂ ਆਪ ਵਿੱਚ ਵਰਤਣਗੇ, ਕਲਾ ਵਰਤਾਉਣਗੇ, ਜਿੱਤ ਤੁਹਾਡੇ ਪੈਰ ਚੁੰਮੇਗੀ। ਸਤਿਗੁਰੂ ਮਿਹਰ ਕਰਨ, ਬਖਸ਼ਿਸ਼ ਕਰਨ, ਸਾਡੀ ਅਗਵਾਈ ਕਰਦੇ ਨੇ, ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਸਾਨੂੰ ਭੁੱਲਿਆਂ ਨੂੰ ਮਾਰਗ ਤੇ ਪਾ ਲੈਣ। ਭੁੱਲੇ ਮਾਰਗ ਜਿਨ੍ਹਾਂ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਗੁਰਸਿੱਖੋ, ਆਪਣੇ ਆਪ ਨੂੰ ਟੁੱਟਣ ਨਾਲ ਕਮਜ਼ੋਰ ਨਹੀਂ ਪੈਣਾ। ਔਰ ਮੈਂ ਬੇਨਤੀ ਕਰਦਿਆਂ ਨਾਲ ਹੀ, ਇਹ ਪਹਿਲੀ ਸ਼ਹੀਦੀ ਤੇ ਹੈ ਨਹੀਂ, ਸ਼ਹੀਦ ਤੇ ਸਾਡਾ ਰੋਲ ਮਾਡਲ ਹੁੰਦੇ ਨੇ। ਇਹ ਘਟਨਾਕ੍ਰਮ ਪਹਿਲਾਂ ਨਹੀਂ ਹੈ। ਅਸੀਂ ਤੇ ਇੱਥੇ ਇੱਕ ਦਿਨ 'ਚ 30 ਹਜ਼ਾਰ ਲਾਸ਼ਾਂ ਦਾ ਭਾਰ ਢੋਇਆ। ਅਸੀਂ ਇੱਕੋ ਦਿਨ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 2 ਫਰਜ਼ੰਦਾਂ ਦੇ ਸਰੀਰ ਚੁੱਕੇ ਨੇ, 2 ਚਮਕੌਰ 'ਚ ਤੋਰੇ ਨੇ, 2 ਫਤਿਹਗੜ੍ਹ ਸਾਹਿਬ ਤੋਰੇ ਨੇ ਇੱਕੋ ਦਿਨ 'ਚ। ਉਹ ਸਾਡੇ ਕੌਮ ਦੇ ਹੀਰੇ, ਇਹ ਤਾਂ ਸਾਡੇ ਪ੍ਰੇਰਨਾ ਨੇ, ਸਰੋਤ ਨੇ, ਇਹ ਸਾਡੇ ਰੋਲ ਮਾਡਲ ਨੇ। ਗੁਰੂ ਮਿਹਰ ਕਰੇ, ਦਾਤਾ ਮਿਹਰ ਕਰੇ, ਸਾਡੇ ਵਿੱਚ ਵਰਤੇ। ਸ਼ਾਂਤੀ ਵੀ ਨਹੀਂ ਛੱਡਣੀ, ਤੇ ਕਮਾਲ ਦੀ ਗੱਲ ਹੈ, ਆਪਣਾ ਹੱਕ ਵੀ ਨਹੀਂ ਛੱਡਣਾ। ਗੁਰੂ ਜ਼ਰੂਰ ਕਲਾ ਵਰਤਾਏਗਾ। ਸਤਿਗੁਰੂ ਮਿਹਰ ਕਰਨ। ਤੁਹਾਡੀਆਂ ਭਾਵਨਾਵਾਂ ਨੂੰ ਜਿੱਥੇ ਜਿੱਥੇ ਆਵਾਜ਼ ਜਾ ਰਹੀ ਹੈ, ਸਤਿਗੁਰੂ ਦੇ ਚਰਨਾਂ 'ਚ ਅਰਦਾਸ ਹੈ, ਗਰੀਬ ਨਿਵਾਜ ਆਪਣੀ ਕੌਮ ਦੀ ਬਾਂਹ ਫੜ, ਆਪਣੀ ਕੌਮ ਦੀ ਅਗਵਾਈ ਕਰੋ, ਆਪ ਵਿੱਚ ਵਰਤੋ, ਕਲਾ ਵਰਤਾਓ, ਜਰਵਾਣਿਆਂ ਨੂੰ ਸਜ਼ਾ ਦਿਓ, ਜਰਵਾਣੇ ਦੀ ਭਖਿਆ ਤੇ ਗਊ ਗਰੀਬ ਦੀ ਰੱਖਿਆ ਹੋਵੇ। ਸਾਰਿਆਂ ਦਾ ਧੰਨਵਾਦ। ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਵਰਸ, ਇਹ ਸੀ ਅੱਜ ਦੀ ਵੀਡੀਓ। ਯਾਰ, ਗਿਆਨੀ ਸਾਹਿਬ ਦੀਆਂ ਗੱਲਾਂ ਤੇ ਦਿਲ ਵਿੱਚ ਜਾ ਕੇ ਉਤਰਨ ਦੀਆਂ ਸੀਗੀਆਂ। ਬੜੀਆਂ ਡੂੰਘੀਆਂ, ਬੜੀਆਂ ਗਹਿਰੀਆਂ ਗੱਲਾਂ ਕੀਤੀਆਂ। ਇਹਦਾ ਹੱਲ ਕੀ ਹੈ? ਸਭ ਤੋਂ ਪਹਿਲੇ ਇਹਨਾਂ ਨੇ ਗੱਲ ਕੀਤੀ ਹੈ ਕਿ ਹੱਕ ਤੇ ਸੱਚ ਤੇ ਝੂਠ ਦੀ ਲੜਾਈ ਸ਼ੁਰੂ ਤੋਂ ਹੀ ਚੱਲਦੀ ਆਉਂਦੀ ਹੈ। ਇਹ ਕੋਈ ਹੁਣ ਦੀ ਲੜਾਈ ਨਹੀਂ ਹੈ, ਇਹ ਬੜੀ ਪੁਰਾਣੀ ਲੜਾਈ ਹੈ, ਝੂਠ ਦੀ ਤੇ ਸੱਚ ਦੀ। ਮੂਲ ਮੰਤਰ ਅਗਰ ਤੁਸੀਂ ਪੜ੍ਹੋ ਤੇ ਉਹਦੇ ਵਿੱਚ ਦੂਸਰਾ ਸ਼ਬਦ ਹੁੰਦਾ ਵੈ ਇੱਕ ਓਂਕਾਰ। ਪਹਿਲਾ ਵੈ ਇੱਕ ਓਂਕਾਰ, ਦੂਸਰਾ ਨਾਮ ਹੈ ਸਤਨਾਮ, ਉਹਦਾ ਨਾਮ ਸੱਚ ਹੈ। ਦੂਜਾ ਸ਼ਬਦ ਵਿੱਚ ਵੀ ਸੱਚ ਹੈ। ਸੱਚ ਦੇ ਉਲਟ ਕੀ ਹੈ? ਝੂਠ। ਮਤਲਬ ਕਹਿਣ ਦਾ ਹੈ ਕਿ ਹੁਣ ਤੋਂ ਨਹੀਂ ਹੈ, ਇਹ ਜਦੋਂ ਦਾ ਮੂਲ ਮੰਤਰ ਸਾਹਿਬ ਵੀ ਆਇਆ ਵੈ, ਉਦੋਂ ਦਾ ਸੱਚ ਤੇ ਝੂਠ ਦੀ ਲੜਾਈ ਉਦੋਂ ਤੋਂ ਹੀ ਸ਼ੁਰੂ ਹੋ ਗਈ ਹੈ। ਤੇ ਇਹ ਗੱਲ ਬਿਲਕੁਲ ਹਕੀਕਤ ਹੈ। ਦੂਸਰੀ ਗੱਲ ਜਿਹੜੀ ਇਹ ਕਰਨ ਦੇ ਸੀ, ਉਹ ਬੜੀ ਅਹਿਮ ਹੈ। ਗੁਰਦੁਆਰੇ ਵਿੱਚ ਜਾ ਕੇ ਸਿਆਸੀ ਗੱਲਾਂ ਨਾ ਕਰੋ। ਗੁਰਦੁਆਰੇ ਵਿੱਚ ਜਾ ਕੇ ਘਰ ਦੀਆਂ ਗੱਲਾਂ ਨਾ ਛੇੜੋ। ਅਕਸਰ ਲੋਕ ਇਹ ਕਹਿੰਦੇ ਵੀ ਹੁੰਦੇ ਆ, ਲੇਕਿਨ ਮੈਂ ਆਪਣੀ ਮੁਸਲਮਾਨੀਅਤ ਦੀ ਨਜ਼ਰ ਵਿੱਚ ਜੋ ਮੈਂ ਸਮਝਣਾ ਵੈ ਉਹ ਇਹ ਹੈ ਕਿ
ਧਰਮ ਨੂੰ ਅਸੀਂ ਘਰ ਵਿੱਚ ਵੜਾਂਗੇ ਤੇ ਘਰ ਕਾਮਯਾਬ ਹੋ ਜਾਏਗਾ। ਧਰਮ ਨੂੰ ਅਸੀਂ ਮੁਲਕ ਵਿੱਚ ਵੜਾਂਗੇ ਤੇ ਮੁਲਕ ਕਾਮਯਾਬ ਹੋ ਜਾਏਗਾ। ਧਰਮ ਨੂੰ ਅਸੀਂ ਆਪਣੇ ਅੰਦਰ ਵੜਾਂਗੇ ਤੇ ਅਸੀਂ ਖੁਦ ਕਾਮਯਾਬ ਹੋ ਜਾਵਾਂਗੇ। ਮਤਲਬ ਮੇਰੇ ਕਹਿਣ ਦਾ ਇਹ ਹੋਇਆ ਕਿ ਧਰਮ ਦਾ ਅਸੀਂ ਧਰਮ ਦੇ ਮੁਹਤਾਜ ਹੈ। ਮੁਲਕ ਧਰਮ ਦਾ ਮੁਹਤਾਜ ਹੈ, ਧਰਮ ਉਹਦਾ ਮੁਹਤਾਜ ਨਹੀਂ ਹੈ। ਧਰਮ ਮੇਰਾ ਮੁਹਤਾਜ ਨਹੀਂ ਹੈ, ਮੈਂ ਧਰਮ ਦਾ ਮੁਹਤਾਜ ਹੈ। ਕਿਉਂਕਿ ਮੈਂ ਧਰਮ ਨੂੰ ਆਪਣੇ ਅੰਦਰ ਵੜਾਂਗਾ, ਮੈਂ ਧਰਮ ਨੂੰ ਆਪਣੇ ਘਰ ਦੇ ਵਿੱਚ ਲਿਆਵਾਂਗਾ ਤੇ ਮੇਰਾ ਘਰ ਕਾਮਯਾਬ ਹੋਏਗਾ। ਇਸ ਵਾਸਤੇ ਗਿਆਨੀ ਸਾਹਿਬ ਦੀ ਗੱਲ ਬਿਲਕੁਲ ਠੀਕ ਹੈ, 100% ਹੈ ਇਹਨਾਂ ਦੇ ਨਾਲ। ਅੱਛਾ ਦੇਖੋ ਮੇਰੀ ਗੱਲ ਸੁਣੋ, ਮੈਂ ਸਵੇਰ ਟਾਈਮ ਉੱਠਣਾ ਵਾ, ਜਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਸਵੇਰ ਟਾਈਮ ਉੱਠੋ, ਉਸ ਟਾਈਮ ਉੱਠੋ, ਉੱਠ ਕੇ ਤੁਸੀਂ ਇਬਾਦਤ ਕਰੋ, ਵਾਹਿਗੁਰੂ ਕਰੋ, ਅੱਲਾ ਅੱਲਾ ਕਰੋ, ਉੱਠ ਕੇ ਤੁਸੀਂ ਨਮਾਜ਼ ਪੜ੍ਹੋ, ਅੰਮ੍ਰਿਤ ਵੇਲੇ ਉੱਠੋ। ਉਸ ਤੋਂ ਬਾਅਦ ਫਿਰ ਮੈਂ ਰੋਟੀ ਖਾਣਾ ਵੈ, ਮੈਂ ਲੰਗਰ ਛਕਣਾ ਵੈ, ਮੈਂ ਪਾਣੀ ਪੀਣਾ ਵੈ, ਮੈਂ ਕਿਸੇ ਨਾਲ ਗੱਲ ਕਰਨਾ ਵੈ, ਮੈਂ ਕੰਮ ਤੇ ਜਾਣਾ ਵੈ, ਮੈਂ ਦੁਕਾਨ ਤੇ ਜਾਣਾ ਵੈ। ਜਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਉਸੇ ਤਰ੍ਹਾਂ ਹੀ ਕਰੋ। ਫਿਰ ਮੈਂ ਸ਼ਾਮ ਨੂੰ ਘਰ ਆਉਣਾ, ਜਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਤੁਸੀਂ ਘਰ ਆ ਕੇ ਆਪਣੇ ਘਰ ਦੇ ਵਿੱਚ ਉਸੇ ਤਰ੍ਹਾਂ ਹੀ ਬੋਲੋ, ਮੈਂ ਉਸੇ ਤਰ੍ਹਾਂ ਹੀ ਕਰਨਾ ਵੈ। ਜਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਆਪਣੇ ਬੱਚਿਆਂ ਦੇ ਨਾਲ ਇਸ ਤਰੀਕੇ ਦੇ ਨਾਲ ਬੈਠੋ, ਇਸ ਤਰੀਕੇ ਨਾਲ ਇੱਦਾਂ ਦੀਆਂ ਕਹਾਣੀਆਂ ਧਰਮ ਦੇ ਮੁਤਾਬਕ ਉਹਨਾਂ ਨੂੰ ਤੁਸੀਂ ਗੱਲਾਂ ਸਿਖਾਓ, ਮੈਂ ਉਸੇ ਤਰ੍ਹਾਂ ਹੀ ਸਿਖਾਉਣਾ ਵੈ। ਜਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਕਿ ਤੂੰ ਰਾਤ ਨੂੰ ਸੋਣਾ ਇਸ ਤਰੀਕੇ ਦੇ ਨਾਲ ਹੈ, ਮੈਂ ਉਸੇ ਤਰ੍ਹਾਂ ਹੀ ਸੋਣਾ ਵੈ। ਮੈਂ ਨਮਾਜ਼ ਪੜ੍ਹ ਕੇ ਸੋਣਾ ਵੈ, ਮੈਂ ਅੱਲਾਹ ਤਾਲਾ ਵਾਹਿਗੁਰੂ ਦੀ ਇਬਾਦਤ ਕਰਕੇ ਸੋਣਾ ਵੈ। ਇਹ ਸਾਰਾ ਦਿਨ ਇਬਾਦਤ ਹੈ, ਇਹ ਅਲੱਗ ਨਹੀਂ ਹੈ, ਇਹ ਦੁਨੀਆ ਤੋਂ ਅਲੱਗ ਨਹੀਂ, ਇਹ ਕੋਈ ਅਲੱਗ ਚੀਜ਼ ਨਹੀਂ ਹੈ। ਮੇਰੇ ਕਹਿਣ ਦਾ ਮਤਲਬ ਹੈ ਕਿ ਇਹੀ ਸਿੱਖਿਆ ਵੈ। ਸਿੱਖਿਆ ਇਹ ਨਾਮ ਨਹੀਂ ਹੈ ਸਿੱਖਿਆ ਦਾ ਕਿ ਸਾਈਡ ਤੇ ਹੋ ਜਾਓ, ਇੱਕ ਕਮਰੇ ਦੇ ਵਿੱਚ ਬਹਿ ਜਾਓ ਤੇ ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਇਹ ਸਿੱਖਿਆ ਨਹੀਂ, ਇਹ ਇੱਕ ਅੱਲਾਹ ਤਾਲਾ ਦੇ ਨਾਲ ਰਿਲੇਸ਼ਨ ਕਰਨ ਦਾ ਇੱਕ ਤਰੀਕਾ ਵੈ। ਅਸਲ ਸਿੱਖਿਆ ਇਹੀ ਹੈ ਕਿ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਕੰਮ ਕਰਨਾ ਗੁਰੂ ਸਾਹਿਬ ਦੇ ਮੁਤਾਬਕ ਕਰੋ, ਧਰਮ ਦੇ ਮੁਤਾਬਕ ਕਰੋ, ਇਸਲਾਮ ਦੇ ਮੁਤਾਬਕ ਕਰੋ। ਇਹੀ ਸਿੱਖਿਆ ਵੈ। ਜੇਕਰ ਆਪਾਂ ਇਸ ਤਰ੍ਹਾਂ ਕਰਾਂਗੇ ਤੇ ਇਹ ਵੀ ਸਵਾਦ ਹੈ, ਇਹਦਾ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਨੂੰ ਉਹਦਾ ਫਾਇਦਾ ਹੀ ਮਿਲੇਗਾ ਤੇ ਕਾਮਯਾਬੀ ਮਿਲੇਗੀ। ਆਪਾਂ ਧਰਮ ਦੇ ਉੱਤੇ ਚੱਲਾਂਗੇ ਤੇ ਕਾਮਯਾਬੀ ਹੀ ਕਾਮਯਾਬੀ ਮਿਲੇਗੀ। ਬਾਕੀ ਗੱਲਾਂ ਤੇ ਬੜੀ ਜ਼ਿਆਦਾ ਵੈ, ਆਪਾਂ ਜਿੰਨੀਆਂ ਮਰਜ਼ੀ ਕਰਦੇ ਰਹੀਏ ਗੱਲਾਂ ਖ਼ਤਮ ਨਹੀਂ ਹੋ ਸਕਦਾ। ਇਹਦਾ ਹੱਲ ਹੀ ਇਹੀ ਹੈ, ਜ਼ੁਲਮ ਦੇ ਖਿਲਾਫ ਲੜਾਂਗੇ, ਲੜਦੇ ਰਵਾਂਗੇ। ਅਸੀਂ ਮੁਸਲਮਾਨ, ਮੈਂ ਖੁਦ, ਅਸੀਂ ਕਿਸਾਨਾਂ ਦੀ ਸਪੋਰਟ ਵਿੱਚ ਹੈਗੇ ਆ, ਅੱਜ ਵੀ ਕਰਨੇ ਆ, ਕੱਲ੍ਹ ਵੀ ਕਰਨੇ ਆ ਤੇ ਅੱਗੇ ਤੋਂ ਵੀ ਕਰਦੇ ਰਵਾਂਗੇ। ਬਾਕੀ ਵੀਡੀਓ ਇਹਨਾਂ ਦੀ ਬੜੀ ਜ਼ਿਆਦਾ ਇੰਟਰਸਟਿੰਗ ਸੀ। ਦਿਲ ਦੇ ਵਿੱਚ ਜਾ ਗੱਲਾਂ, ਇੱਕ ਇੱਕ ਗੱਲ, ਇੱਕ ਇੱਕ ਲਫ਼ਜ਼, ਇੱਕ ਇੱਕ ਸ਼ਬਦ ਬੜਾ ਹੀ ਵਜ਼ਨੀ ਸੀ, ਦਿਲ ਦੇ ਵਿੱਚ ਜਾ ਕੇ ਉਤਰਨ ਦਿਆ ਸੀਗਾ। ਬਾਕੀ ਮੇਰੀ ਇੱਕ ਆਪਣੀ ਰਾਏ ਸੀ, ਮੇਰਾ ਇੱਕ ਆਪਣਾ ਖਿਆਲ ਸੀ। ਤੁਹਾਡਾ ਹੀ ਖਿਆਲ ਹੈ, ਤੁਹਾਡੀ ਕੀ ਰਾਏ ਹੈ, ਤੁਸੀਂ ਥੱਲੇ ਕਮੈਂਟ ਬਾਕਸ ਵਿੱਚ ਲਾਜ਼ਮੀ ਦੱਸੋ। ਇਹ ਸੀ ਅੱਜ ਦੀ ਵੀਡੀਓ। ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਵਾਸਤੇ। ਇਜਾਜ਼ਤ ਚਾਹੁੰਦੇ ਹਾਂ। ਅੱਲਾ ਹਾਫਿਜ਼।